पंजाब एग्रो दे 5 रिवर ने पाई ऐसी धमाल, ऑर्गेनिक फार्मिंग दी ओ कीती कायम मसाल। इस ऑर्गेनिक खेती नू आओ सर्टिफाई कराइए, आटा चावल किन्नू दलिया इस ब्रांड दा खाइए। ए जैविक खेती उत्पादां दा नहीं है कोई मेल, हल्दी छोले बासमती कनोला सरों दा तेल। ओ जहरा मुक्त ते खेती वीरो आ जो रले बनाइए, अपने सोहणे पंजाब नू मुड़ तंदुरुस्त बनाइए, मुड़ तंदुरुस्त बनाइए। आम किसान नू बनावे हाई अचीवर, पंजाब एग्रो ਦਾ 5 ਰਿਵਰ। ਪੰਜਾਬ ਐਗਰੋ ਦਾ ਹਫਤਾਵਾਰੀ ਪ੍ਰੋਗਰਾਮ 5 ਰਿਵਰਸ ਲੈ ਕੇ ਮੈਂ ਬਾਲਮਕੰਦ ਸ਼ਰਮਾ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਦੋਸਤੋ, ਤੁਸੀਂ ਬਹੁਤ ਭਰਵਾਂ ਪਿਆਰ ਦਿੰਦੇ ਹੋ ਸਾਡੇ ਇਸ ਪ੍ਰੋਗਰਾਮ ਨੂੰ, ਅਤੇ 5 ਰਿਵਰਸ ਕਿਸਾਨਾਂ ਵਾਸਤੇ ਆ, ਤੁਹਾਡੇ ਵਾਸਤੇ ਆ। ਪੰਜਾਬ ਐਗਰੋ ਦੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਜਿਹੜੇ ਉਤਪਾਦ ਹੈਗੇ ਆ ਉਹਨਾਂ ਦਾ ਮੰਡੀਕਰਨ ਸੁਚੱਜੇ ਢੰਗ ਨਾਲ ਕੀਤਾ ਜਾਵੇ, ਉਹਨਾਂ ਨੂੰ ਇੱਕ ਪੰਜਾਬ ਦਾ ਬ੍ਰਾਂਡ ਬਣਾ ਕੇ 5 ਰਿਵਰ ਦੇ ਨਾਂ ਹੇਠ ਨਾ ਸਿਰਫ ਆਪਣੇ ਦੇਸ਼ ਦੀ ਮੰਡੀ ਬਲਕਿ ਬਾਹਰਲੇ ਮੁਲਕਾਂ ਦੇ ਮੰਡੀਆਂ 'ਚ ਵੀ ਪਹੁੰਚਾਇਆ ਜਾਵੇ। ਅਤੇ 5 ਰਿਵਰਸ ਨੂੰ ਜਿਸ ਤਰ੍ਹਾਂ ਹੰਗਾਰਾ ਮਿਲ ਰਿਹਾ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜੇ ਕਿਸਾਨ ਕਿਸੇ ਆਪਦੇ ਮਜਬੂਰੀ ਕਰਕੇ 5:30 ਵਜੇ ਸਾਡਾ ਪ੍ਰੋਗਰਾਮ ਨਹੀਂ ਵੇਖ ਪਾਉਂਦੇ ਸ਼ਨੀਵਾਰ ਨੂੰ, ਉਹ ਕਿਸਾਨ ਸਾਡਾ 5 ਰਿਵਰ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ, ਤਾਂ ਕਿ ਕੋਈ ਵੀ ਤੁਸੀਂ ਪ੍ਰੋਗਰਾਮ ਮਿਸ ਨਾ ਕਰੋ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਤੁਹਾਡੀ ਜਾਣਕਾਰੀਆਂ ਵਾਸਤੇ ਨਿੱਕੀਆਂ ਨਿੱਕੀਆਂ ਵੀਡੀਓਜ਼ ਪਾਉਂਦੇ ਰਹੀਏ, ਉਹ ਦੇਖਿਆ ਕਰੋ। ਅਤੇ ਅੱਜ ਜੋ ਵਿਸ਼ਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਉਹ ਵਿਸ਼ਾ ਹੈ ਸ਼ਹਿਦ ਬਾਰੇ। ਸ਼ਹਿਦ ਆਪਾਂ ਜਾਣਦੇ ਹਾਂ ਕਿ ਮੁਲਕ ਦੇ ਵਿੱਚ ਮਾਹਰ ਦੱਸਣਗੇ ਪੰਜਾਬ ਦਾ ਕੀ ਸਥਾਨ ਆ। ਪੰਜਾਬ ਮੋਹਰੀ ਸੂਬਾ ਸਾਡੇ ਮੁਲਕ ਦਾ, ਅਤੇ ਸ਼ਹਿਦ ਜਿੰਨਾ ਪੈਦਾ ਕਰਨਾ ਜ਼ਰੂਰੀ ਆ ਉਨਾ ਹੀ ਸ਼ਹਿਦ ਦੀ ਕੁਆਲਿਟੀ ਜ਼ਰੂਰੀ ਆ। ਸ਼ਹਿਦ ਦੀ ਗੁਣਵੱਤਾ ਜਿਹੜੀ ਆ ਅੰਤਰਰਾਸ਼ਟਰੀ ਮੰਡੀਆਂ 'ਚ, ਰਾਸ਼ਟਰੀ ਮੰਡੀਆਂ 'ਚ ਬਹੁਤ ਮਹੱਤਵ ਥਾਂ ਰੱਖਦੀ ਆ। ਇਸ ਕਰਕੇ ਅਸੀਂ ਵਿਸ਼ਾ ਚੁਣਿਆ ਸ਼ਹਿਦ ਦੀ ਪੈਦਾਵਾਰ ਅਤੇ ਗੁਣਵੱਤਾ, ਅਤੇ ਭਾਗ ਲੈਣ ਲਈ ਬੁਲਾਇਆ ਪੈਦਾਵਾਰ ਦੇ ਐਂਗਲ ਤੋਂ PAU ਦੇ ਐਂਟੋਮੋਲੋਜੀ ਵਿਭਾਗ ਦੇ ਮੁਖੀ ਡਾਕਟਰ ਪ੍ਰਦੀਪ ਛੁਨੇਜਾ ਜੀ। ਅਤੇ ਗੁਣਵੱਤਾ ਦੀ ਗੱਲ ਕੀਤੀ ਆ। ਗੁਣਵੱਤਾ ਵਾਸਤੇ ਪੰਜਾਬ ਸਰਕਾਰ ਨੇ ਇੱਕ ਅਹਿਮ ਕਦਮ ਲਿਆ ਹੈ। PBTI ਇੱਕ ਲੈਬੋਰਟਰੀ ਪੰਜਾਬ ਸਰਕਾਰ ਦੀ ਆਪਣੀ ਹੈ। ਉਸ ਲੈਬੋਰਟਰੀ ਦੇ CEO ਯਾਨੀ ਮੁੱਖ ਕਾਰਜਕਾਰੀ ਅਫਸਰ ਮੈਡਮ ਅਜੀਤ ਦੂਆ, ਮੈਂ ਸਵਾਗਤ ਕਰਦਾ ਡਾਕਟਰ ਛੁਨੇਜਾ ਤੁਹਾਡਾ। ਅਜੀਤ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਸਾਡੇ ਸ਼ਹਿਦ ਉਤਪਾਦਕਾਂ ਵਾਸਤੇ, ਕਿਸਾਨਾਂ ਵਾਸਤੇ ਬੜਾ ਅਹਿਮ ਪ੍ਰੋਗਰਾਮ ਹੈਗਾ। ਅਤੇ ਮੈਂ ਗੱਲਬਾਤ ਸ਼ੁਰੂ ਕਰੂੰਗਾ ਡਾਕਟਰ ਸਾਹਿਬ ਤੁਹਾਡੇ ਤੋਂ ਕਿ ਜਦੋਂ ਸ਼ਹਿਦ ਦੀ ਗੱਲ ਕਰਦੇ ਹਾਂ ਆਪਾਂ, ਤਾਂ ਸ਼ਹਿਦ ਦੀ ਪੈਦਾਵਾਰ ਦੀ ਮੌਜੂਦਾ ਸਥਿਤੀ ਕੀ ਆ, ਰਾਸ਼ਟਰੀ ਸਥਿਤੀ ਕੀ ਆ, ਸਾਡੇ ਸੂਬੇ ਦੀ ਸਥਿਤੀ ਕੀ ਆ, ਇਹ ਸਾਡੇ ਕਿਸਾਨਾਂ ਨੂੰ ਚਾਨਣਾ ਪਾਓ। ਜੇ ਖੇਤੀ ਆਧਾਰਿਤ ਕਿੱਤਿਆਂ ਦੀ ਗੱਲ ਕਰੀਏ ਤਾਂ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਦੇ ਵਿੱਚ ਮਧੂਮੱਖੀ ਪਾਲਣ ਕਿੱਤੇ ਦਾ ਰੁਝਾਨ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ। ਜੇ ਅਸੀਂ ਸ਼ਹਿਦ ਦੇ ਪੈਦਾਵਾਰ ਦੇ ਅੰਕੜਿਆਂ ਵੱਲ ਝਾਤ ਮਾਰੀਏ ਤੇ ਲਗਾਤਾਰ ਮੁਲਕ ਦੇ ਵਿੱਚ ਸ਼ਹਿਦ ਦੀ ਪੈਦਾਵਾਰ ਵੱਧਦੀ ਜਾ ਰਹੀ ਹੈ। ਸਨ 2019-20 ਦੇ ਵਿੱਚ ਜੇ ਅਸੀਂ ਪਾਲਤੂ ਤੇ ਜੰਗਲੀ ਮੱਖੀ ਦੇ ਜਿਹੜੇ ਕੁੱਲ ਸ਼ਹਿਦ ਦਾ ਉਤਪਾਦਨ ਉਹ ਵੇਖੀਏ ਤੇ 1,20,000 ਟਨ ਸ਼ਹਿਦ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਪੈਦਾ ਹੋਇਆ, ਔਰ ਇਹਦੇ ਵਿੱਚੋਂ ਲਗਭਗ ਅੱਧਾ ਸ਼ਹਿਦ 59,537 ਟਨ ਜਿਹੜਾ ਸ਼ਹਿਦ ਹੈ ਉਹ ਮੁਲਕ ਦੇ ਵਿੱਚੋਂ ਐਕਸਪੋਰਟ ਹੋਇਆ। ਔਰ ਭਾਰਤ ਇਸ ਸਮੇਂ ਲਗਭਗ 87 ਮੁਲਕਾਂ ਨੂੰ ਇਹ ਸ਼ਹਿਦ ਜਿਹੜਾ ਹੈ ਉਹ ਨਿਰਯਾਤ ਕਰ ਰਿਹਾ ਹੈਗਾ, ਐਕਸਪੋਰਟ ਕਰ ਰਿਹਾ ਹੈਗਾ। ਔਰ ਜੇ ਅਸੀਂ ਜਿਹੜਾ ਹੈਗਾ ਕੁਆਂਟੀਟੀ ਪੱਖੋਂ ਦੇਖੀਏ ਤੇ ਭਾਰਤ ਜਿਹੜਾ ਹੈਗਾ ਇਹ ਸੰਸਾਰ ਦੇ ਵਿੱਚ ਚੌਥੇ ਨੰਬਰ 'ਤੇ ਆਉਂਦਾ ਹੈਗਾ ਐਕਸਪੋਰਟ ਦੇ ਵਿੱਚ। ਤੇ ਪਿਛਲੇ ਸਾਲ ਜਿਹੜਾ ਸ਼ਹਿਦ ਮੈਂ ਦੱਸਿਆ ਕਿ 59,537 ਟਨ ਜਿਹੜਾ ਐਕਸਪੋਰਟ ਹੋਇਆ, ਉਹ ਲਗਭਗ ਕੋਈ 634 ਕਰੋੜ ਰੁਪਏ ਦਾ ਇਹ ਸ਼ਹਿਦ ਐਕਸਪੋਰਟ ਹੋਇਆ। ਔਰ ਜੇ ਅਸੀਂ ਵੈਲਿਊ ਪੱਖੋਂ ਜਿਹੜਾ ਹੈ ਝਾਤ ਮਾਰੀਏ ਤੇ ਭਾਰਤ ਦਾ ਸਥਾਨ ਜਿਹੜਾ ਹੈ ਉਹ 6ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ। ਜੋ ਅਜੋਕਾ ਵਪਾਰੀਕਰਨ ਜਾਂ ਉਦਯੋਗੀਕਰਨ ਅਸੀਂ ਮਧੂਮੱਖੀ ਪਾਲਣ ਕਿੱਤੇ ਦੇ ਵਿੱਚ ਵੇਖ ਰਹੇ ਹਾਂ, ਸੋ ਇਹਦਾ ਆਗਾਜ਼ 1976 ਦੇ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਯੂਰਪੀਅਨ ਮੱਖੀ ਦੀ ਬਹੁਤ ਹੀ ਉਮਦਾ ਇੱਕ ਇਟੈਲੀਅਨ ਮਧੂਮੱਖੀ ਜਿਹੜੀ ਹੈ ਉਹ ਭਾਰਤ ਭਰ ਦੇ ਵਿੱਚ ਰਿਲੀਜ਼ ਕਰਨ ਦੇ ਨਾਲ ਹੋਇਆ। ਔਰ ਪੰਜਾਬ ਜਿਹੜਾ ਹੈਗਾ ਇਹ ਭਾਰਤ ਦਾ ਇੱਕ ਮੋਹਰੀ ਸੂਬਾ ਹੈ ਸ਼ਹਿਦ ਉਤਪਾਦਨ ਦੇ ਵਿੱਚ। ਬਹੁਤ ਵਧੀਆ ਢੰਗ ਨਾਲ ਅੰਕੜੇ ਦੇ ਕੇ ਡਾਕਟਰ ਛੁਨੇਜਾ ਨੇ ਤੁਹਾਡਾ ਗਿਆਨ 'ਚ ਵਾਧਾ ਕੀਤਾ ਕਿ ਸ਼ਹਿਦ ਦੇ ਵਿੱਚ ਹਿੰਦੁਸਤਾਨ ਮੋਹਰੀ ਕੰਟਰੀ ਬਣ ਰਿਹਾ। 60,000 ਟਨ ਅਤੇ ਕਿੰਨੇ 600 ਕਰੋੜ ਤੋਂ ਉੱਪਰ ਦੀ ਜਿਹੜੀ ਐਕਸਪੋਰਟ ਕਰ ਰਿਹਾ।
ਤੇ ਹੁਣ ਗੱਲ ਕਰਦੇ ਹਾਂ ਆਪਾਂ ਸ਼ਹਿਦ ਦੀ ਗੁਣਵੱਤਾ ਬਾਰੇ। ਗੁਣਵੱਤਾ ਦੇ ਵਿੱਚ ਕੁਆਲਿਟੀ ਜਿਹੜੀ ਆ ਸ਼ਹਿਦ ਦੀ ਇੰਨੀ ਅਹਿਮ ਸਥਾਨ ਰੱਖਦੀ ਆ, ਤੇ ਮੈਡਮ ਅਜੀਤ ਦੂਆ ਸਾਡੇ ਕੋਲ ਮੌਜੂਦ ਨੇ ਜੋ CEO ਨੇ PBTI ਲੈਬੋਰਟਰੀ ਦੇ। ਮੈਡਮ ਤੁਹਾਤੋਂ ਜਾਣਨਾ ਚਾਹਾਂਗੇ ਕਿ ਸ਼ਹਿਦ ਦੀ ਕੰਪੋਜੀਸ਼ਨ ਜਾਂ ਬਣਤਰ ਕੀ ਹੁੰਦੀ ਆ, ਤੇ ਸ਼ਹਿਦ ਦੀ ਗੁਣਵੱਤਾ ਨੂੰ ਲੈ ਕੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੇ ਅਸੀਂ ਸ਼ਹਿਦ ਦੀ ਕੰਪੋਜੀਸ਼ਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਮੇਨਲੀ ਸ਼ੂਗਰਸ ਪਾਈਆਂ ਜਾਂਦੀਆਂ। 80% ਦੇ ਕਰੀਬ ਇਹਦੇ ਸ਼ੂਗਰਸ ਹੈਗੀਆਂ, ਜਿੰਦੇ ਵਿੱਚੋਂ ਕਿ ਅਰਾਊਂਡ 38% ਫਰਕਟੋਜ਼ ਹੈ, 31% ਦੇ ਕਰੀਬ ਗਲੂਕੋਜ਼ ਹੈ, ਤੇ ਇਸ ਤੋਂ ਇਲਾਵਾ 10% ਦੇ ਕਰੀਬ ਹੋਰ ਤਰ੍ਹਾਂ ਦੀਆਂ ਸ਼ੂਗਰਸ ਹੁੰਦੀਆਂ। ਇਸ ਤੋਂ ਇਲਾਵਾ ਜਿਹੜੇ ਇਹਦੇ 'ਚ ਨਿਊਟ੍ਰੀਸ਼ਨਲ ਅਸੀਂ ਕਹੀਏ ਤੇ ਮਿਨਰਲਸ ਵੀ ਪਾਏ ਜਾਂਦੇ ਆ, ਅਮਾਈਨੋ ਐਸਿਡਸ, ਵਿਟਾਮਿਨਸ, ਕਿਉਂਕਿ ਇਹ ਬਾਇਓਲੋਜੀਕਲ ਸਿਸਟਮ ਦੇ ਨਾਲ ਬਣਿਆ ਇੱਕ ਪ੍ਰੋਡਕਟ ਹੈ। ਮਧੂ ਮੱਖੀਆਂ ਇਹਨੂੰ ਬਣਾਉਂਦੀਆਂ ਹੈ। ਇਸ ਤੋਂ ਇਲਾਵਾ ਗੁਣਵੱਤਾ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਕ੍ਰਿਸਟਲਾਈਜੇਸ਼ਨ ਤੋਂ ਲੋਕ ਬੜੇ ਪਰੇਸ਼ਾਨ ਹੁੰਦੇ ਹੈ। ਜੰਮਦਾ ਹੈ, ਜਿਹੜਾ ਹਨੀ ਜੰਮ ਜਾਂਦਾ ਹੈ, ਉਹ ਲੋਕ ਦੇਖ ਕੇ ਸਮਝਦੇ ਆ ਕਿ ਨਕਲੀ ਹਨੀ ਹੈ, ਨਕਲੀ ਸ਼ਹਿਦ ਹੈ, ਇਹਦੇ ਵਿੱਚ ਚੀਨੀ ਮਿਕਸ ਕੀਤੀ ਗਈ ਹੈ। ਪਰ ਇਹਦਾ ਕਾਰਨ ਇਹਦਾ ਇਹ ਨਹੀਂ ਹੈਗਾ। ਇਹਦਾ ਕਾਰਨ ਹੈਗਾ ਕਿ ਫਰਕਟੋਜ਼ ਜਿਹੜੀ ਹੈ ਉਹ ਘੁਲਣਸ਼ੀਲ ਹੈ, ਪਰ ਗਲੂਕੋਜ਼ ਘੱਟ ਘੁਲਣਸ਼ੀਲ ਹੈ। ਸੋ ਜਿਹੜੇ ਪਲਾਂਟ ਤੋਂ ਮਧੂ ਮੱਖੀ ਸ਼ਹਿਦ ਬਣਾਉਂਦੀ ਹੈ, ਫਲੋਰਾ ਕਿਹੜਾ ਫਲੋਰਾ ਹੈਗਾ, ਜਿਹੜੇ ਸ਼ਹਿਦ ਤੋਂ ਮਧੂ ਮੱਖੀ ਬਣਾਉਂਦੀ ਹੈ, ਸ਼ਹਿਦ ਬਣਾਉਂਦੀ ਹੈ, ਉਹਦੇ ਕੰਟੈਂਟਸ ਤੇ ਡਿਪੈਂਡ ਕਰਦਾ ਹੈ ਕਿ ਅਗਰ ਫਰਕਟੋਜ਼ ਜ਼ਿਆਦਾ ਹੋਏਗੀ ਤੇ ਉਹ ਨਹੀਂ ਜੰਮੇਗਾ, ਅਗਰ ਗਲੂਕੋਜ਼ ਜ਼ਿਆਦਾ ਹੋਏਗੀ ਤੇ ਉਹ ਜੰਮੇਗਾ। ਜਿਵੇਂ ਸਰੋਂ ਤੋਰੀਆ ਬਹੁਤ ਜੰਮਦਾ ਜੀ, ਸਰੋਂ ਤੋਰੀਆ ਜੰਮਦਾ, ਲੀਚੀ ਘੱਟ ਨਹੀਂ ਜੰਮਦਾ। ਔਰ ਇਹ ਜੰਮਣਾ ਜਿਹੜਾ ਹੈਗਾ ਇਹ ਗਰਮੀਆਂ ਦੇ ਵਿੱਚ ਅਸੀਂ ਦੇਖਾਂਗੇ ਕਿ ਈਵਨ ਸਰੋਂ ਤੇ ਤੋਰੀਆ ਨਹੀਂ ਜੰਮੇਗਾ। ਵੈਸੇ ਦਰਸ਼ਕੋ, ਮੈਂ ਵੀ ਇਹ ਗੱਲ ਬਹੁਤ ਜ਼ੋਰ ਦੇ ਕੇ ਕਹਿਣੀ ਚਾਹੂੰਗਾ, ਕਿਉਂਕਿ ਮੈਂ ਲੰਬਾ ਸਮਾਂ ਮਾਰਕਫੈਡ ਵਿੱਚ ਜੋ ਸੇਵਾ ਕਰਦਾ ਸੀ ਤਾਂ ਸ਼ਹਿਦ ਦੇ ਪ੍ਰੋਜੈਕਟ ਹੈਂਡਲ ਕੀਤੇ ਸੀਗੇ। ਸ਼ਹਿਦ ਦਾ ਜੰਮਣਾ ਆਮ ਸਾਡਾ ਜਿਹੜਾ ਖਪਤਕਾਰ ਆ, ਜਿਹੜਾ ਕੰਜ਼ਿਊਮਰ ਆ, ਉਹ ਨੈਗੇਟਿਵ ਸਮਝਦਾ, ਪਰ ਜਦੋਂ ਕਿ ਨੈਗੇਟਿਵ ਹੈ ਨਹੀਂ। ਅੱਗੇ ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਵਿਸ਼ੇ ਤੇ ਆ ਰਿਹਾ। ਜਦੋਂ ਆਪਾਂ ਪੈਦਾਵਾਰ ਦੀ ਗੱਲ ਕਰਦੇ ਹਾਂ ਤਾਂ ਕਲੋਨੀਆਂ ਤੋਂ, ਕੁਟੁੰਬਾਂ ਤੋਂ ਵਧੇਰੇ ਪੈਦਾਵਾਰ ਲੈਣ ਵਾਸਤੇ ਸਾਡੇ ਜਿਹੜੇ ਬੀਕੀਪਰਸ ਆ ਉਹ ਕੀ ਉਪਰਾਲੇ ਕਰਨ ਜਿਹੜਾ ਲਾਭਦਾਇਕ ਹੋ ਸਕੇ? ਹਾਂਜੀ, ਜਿਹੜਾ ਵਿਗਿਆਨਿਕ ਮਧੂ ਮੱਖੀ ਪਾਲਣ ਹੈ, ਇਹੀ ਇੱਕ ਸਫਲਤਾ ਦੀ ਕੁੰਜੀ ਹੈ, ਸਫਲਤਾ ਦਾ ਆਧਾਰ ਹੈ। ਸੋ ਇਸ ਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਜਿਹੜੀ ਹੈ ਸਾਨੂੰ ਬੀ ਕੀਪਿੰਗ ਦੀ ਜਿਹੜੀ ਹੈ ਉਹ ਸਹੀ ਨੌਲੇਜ ਹੋਣੀ ਚਾਹੀਦੀ ਹੈ, ਜਿਹੜੀ ਕਿਸੇ ਵੀ ਜਿਹੜੇ ਹੈਗੇ ਆ ਚੰਗੀ ਸੰਸਥਾ ਤੋਂ ਟ੍ਰੇਨਿੰਗ ਲੈ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਬਿਹਤਰ ਹੋਵੇ ਕਿ ਇਹ ਪ੍ਰੈਕਟੀਕਲ ਇਹ ਟ੍ਰੇਨਿੰਗ ਜਿਹੜੀ ਹੈ ਇਹ ਜ਼ਰੂਰ ਲਈ ਜਾਵੇ ਕਿਤੇ ਨੂੰ ਸ਼ੁਰੂ ਕਰਨ ਤੋਂ ਪਹਿਲੇ। ਔਰ ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਉਹ ਅੱਡੋ-ਅੱਡ ਭਾਸ਼ਾਵਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਉਹ ਲਿਟਰੇਚਰ ਵੀ ਉਪਲਬਧ ਹੈ। ਸੋ ਉਹ ਲਿਟਰੇਚਰ ਪੜ੍ਹ ਕੇ ਵੀ ਜਿਹੜਾ ਹੈਗਾ ਆਪਣੇ ਗਿਆਨ ਦੇ ਵਿੱਚ ਜਿਹੜਾ ਹੈਗਾ ਉਹ ਇਜ਼ਾਫਾ ਕੀਤਾ ਜਾ ਸਕਦਾ ਹੈ। ਸੋ ਸਾਡਾ ਜਿਹੜਾ ਮੁੱਖ ਮੰਤਵ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ਹਿਦ ਦੀ ਪੈਦਾਵਾਰ ਵਧਾਉਣੀ ਹੈਗੀ ਹੈ, ਤੇ ਉਦੋਂ ਜਿਹੜਾ ਹੋਣਾ ਚਾਹੀਦਾ ਕਿ ਸਾਡੀ ਕੁਟੁੰਬਾਂ ਦੀ ਜਿਹੜੀ ਬਲਤਾ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਸਾਡੇ ਕੁਟੁੰਬ ਜਿਹੜੇ ਹੈ ਉਹ ਸੁਪਰ ਤੇ ਜ਼ਰੂਰ ਪਹੁੰਚਣੇ ਚਾਹੀਦੇ ਹੈਗੇ ਆ। ਔਰ ਸਾਨੂੰ ਜਿਹੜਾ ਹੈਗੇ ਆਪਣੀਆਂ ਜਿਹੜੀਆਂ ਰਾਣੀਆਂ ਮੱਖੀਆਂ ਹੈਗੀਆਂ ਉਹ ਹਰ ਸਾਲ ਜਿਹੜੀਆਂ ਉਹ ਤਬਦੀਲ ਕਰ ਲੈਣੀਆਂ ਚਾਹੀਦੀਆਂ। ਜਿਹੜੇ ਸਾਡੇ ਪੁਰਾਣੇ ਛੱਤੇ ਹੈਗੇ ਆ ਉਹ ਵੀ ਸਾਨੂੰ ਜਿਹੜੇ ਹੈ ਹਰ 2 ਤੋਂ 3 ਸਾਲ ਬਾਅਦ ਜਿਹੜੇ ਹੈਗੇ ਆ ਉਹ ਤਬਦੀਲ ਕਰ ਦੇਣੇ ਚਾਹੀਦੇ ਆ। ਜਿਹੜੇ ਨਖੱਟੂ ਹੈ, ਜਿਹੜੇ ਡਰੋਨ ਬੀਜ ਨੇ, ਨਰ ਮੱਖੀਆਂ ਨੇ, ਉਹ ਕਿਉਂਕਿ ਸ਼ਹਿਦ ਦੀ ਜਿਹੜੀ ਹੈ ਕੁਟੁੰਬਾਂ ਦੀ ਉਤਪਾਦਕਤਾ ਦੇ ਉੱਤੇ ਇੱਕ ਭਾਰ ਹੁੰਦੇ ਹੈਗੇ ਆ। ਸੋ ਜੇ ਸਾਡਾ ਬਰੀਡਿੰਗ ਦਾ ਮੰਤਵ ਨਹੀਂ ਹੈ ਤੇ ਸਾਨੂੰ ਜਿਹੜੇ ਹੈਗੇ ਆ ਉਹ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਆ, ਜਿਸ ਦੇ ਨਾਲ ਜਿਹੜਾ ਨਖੱਟੂਆਂ ਦੀ ਔਰ ਡਰੋਨ ਮੱਖੀਆਂ ਦੀ ਜਿਹੜੀ ਗਿਣਤੀ ਹੈ ਉਹ ਕੁਟੁੰਬਾਂ ਦੇ ਵਿੱਚ ਉਹ ਘਟਾਈ ਜਾ ਸਕੇ। ਔਰ ਮੱਖੀਆਂ ਦੀ ਜਿਹੜੀ ਹੈਗੀ ਹੈ ਉਹ ਸਹੀ ਕਾਰਗੁਜ਼ਾਰੀ ਵਾਸਤੇ ਜਿਹੜੇ ਹੈਗੇ ਆ ਕੁਟੁੰਬਾਂ ਦੇ ਵਿਚਲੀ ਜਿਹੜੀ ਵਿੱਥ ਹੈ ਉਹ ਵੀ ਸਹੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਮਾਈਗ੍ਰੇਸ਼ਨ ਵਾਲੀ ਥਾਂ ਦੇ ਉੱਤੇ ਕਲੋਨੀਆਂ ਲੈ ਕੇ ਜਾਂਦੇ ਹੈਗੇ ਆ ਉਦੋਂ ਵੀ ਧਿਆਨ ਰੱਖਿਆ ਜਾਵੇ ਕਿ ਜਿਹੜਾ ਹੈਗਾ ਇੱਕ ਬੀਕੀਪਰ ਤੋਂ ਦੂਸਰੇ ਬੀਕੀਪਰ ਦੀ ਜਿਹੜੀ ਹੈਗੀ ਹੈ ਉਹ ਕਲੋਨੀ ਜਿਹੜੀ ਹੈ ਅਪੈਰੀ ਹੈ ਉਸ ਦਾ ਫਾਸਲਾ ਵੀ ਜਿਹੜਾ ਹੈਗਾ ਉਹ 2 ਤੋਂ 3 ਕਿਲੋਮੀਟਰ ਹੋਣਾ ਚਾਹੀਦਾ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਜਿਹੜੇ ਹੈਗੇ ਆ ਆਪਣੇ ਸ਼ਹਿਦ ਦੀ ਜਿਹੜੀ ਉਪਜ ਦੇ ਵਿੱਚ ਇਜ਼ਾਫਾ ਕਰ ਸਕਦੇ ਹਾਂ। ਫਾਸਲੇ ਦੀ ਗੱਲ ਤਾਂ ਸਾਡੇ ਦਰਸ਼ਕ ਅੱਜ ਕੱਲ੍ਹ ਬਹੁਤ ਹੀ ਵਾਕਿਫ ਆ। ਕਰੋਨਾ ਯੁੱਗ ਚੱਲ ਰਿਹਾ ਵਾ, ਹਰ ਬੰਦਾ ਡਿਸਟੈਂਸਿੰਗ ਦੀ ਗੱਲ ਕਰਦਾ। ਸੋ ਤੁਸੀਂ ਦੱਸਿਆ ਵੀ ਕਲੋਨੀ ਤੋਂ ਕਲੋਨੀ 3 ਫੁੱਟ ਹੋਵੇ ਤੇ ਇੱਕ ਜਿਹੜਾ ਇੱਕ ਐਪਰੀ ਆ ਉਹ ਤੋਂ ਐਪਰੀ ਦਾ 2-3 ਕਿਲੋਮੀਟਰ ਹੋਵੇ। ਇਹ ਗੱਲਾਂ ਬੜੀਆਂ ਵਾਜਬ ਸੀਗੀਆਂ ਕਿਸਾਨਾਂ ਵਾਸਤੇ। ਹੁਣ ਆਪਾਂ ਆ ਰਹੇ ਗੁਣਵੱਤਾ ਦੀ ਗੱਲ ਵੱਲੀ। ਤੇ ਡਾਕਟਰ ਦੂਆ, ਸ਼ਹਿਦ ਦੇ ਵਿੱਚ ਕਿਸ ਤਰ੍ਹਾਂ ਦੀ ਮਿਲਾਵਟ ਜਿਹੜੀ ਆ ਉਹ ਪਾਈ ਜਾਂਦੀ ਆ, ਤੇ ਉਹਦੇ ਬਾਰੇ ਇੱਕ ਖਪਤਕਾਰ ਜਿਹੜਾ ਆਮ ਕੰਜ਼ਿਊਮਰ ਆ ਉਹ ਕਿਵੇਂ ਜੱਜਮੈਂਟ ਕਰ ਸਕਦਾ, ਤੇ ਲੈਬੋਰਟਰੀ ਪੱਧਰ ਤੇ ਆਪਾਂ ਕਿਵੇਂ ਇਹ ਪਤਾ ਕਰ ਲੈਂਦੇ ਆ ਕਿ ਅਡਲਟਰੇਟ ਸ਼ਹਿਦ ਹੈ? ਸ਼ਹਿਦ ਕਿਉਂਕਿ ਇੱਕ ਬਹੁਤ ਹੀ ਹਾਈ ਵੈਲਿਊ ਪ੍ਰੋਡਕਟ ਬਣ ਗਿਆ ਹੈ, ਕਿਉਂਕਿ ਇਹਦੇ ਨਿਊਟ੍ਰੀਸ਼ਨਲ ਤੇ ਮੈਡੀਸਨਲ ਬੈਨੀਫਿਟਸ ਬਹੁਤ ਹੈਗੇ ਹੈ, ਇਸ ਕਰਕੇ ਇਹਦੇ ਵਿੱਚ ਮਿਲਾਵਟ ਵੀ ਬਹੁਤ ਸ਼ੁਰੂ ਹੋ ਗਈ ਹੈ। ਸੋ ਮਿਲਾਵਟ ਵਿੱਚ ਤਰ੍ਹਾਂ ਦੇ ਸ਼ੂਗਰ ਸਿਰਪਸ ਇਹਦੇ ਵਿੱਚ ਮਿਲਾਏ ਜਾਂਦੇ ਹੈ, ਜਿੰਦੇ ਵਿੱਚ ਕਿ ਕੌਰਨ ਸਟਾਰਚ ਤੋਂ ਬਣਿਆ ਹੋਇਆ ਸ਼ੂਗਰ, ਉਸੇ ਤਰ੍ਹਾਂ ਦੇ ਨਾਲ ਜਿਹੜੀ ਰਾਈਸ ਚਾਵਲ ਦੀ ਸਟਾਰਚ ਤੋਂ ਬਣੀ ਹੋਈ ਚੀਨੀ ਦਾ ਸਿਰਪ ਇਹਦੇ ਵਿੱਚ ਮਿਲਾਇਆ ਜਾਂਦਾ ਹੈ। ਸਸਤਾ ਹੁੰਦਾ ਬੜਾ ਨਾ, ਸਸਤਾ ਹੁੰਦਾ ਹੈ, ਇਸ ਕਰਕੇ ਉਹ ਮਿਲਾ ਦਿੱਤਾ ਜਾਂਦਾ ਹੈ।
ਉਸ ਤੋਂ ਉੱਪਰ ਗੱਲ ਹੈਗੀ ਸਸਤਾ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਉਹਦੀ ਟੈਸਟਿੰਗ ਲੈਬ ਦੇ ਵਿੱਚ ਕੈਮੀਕਲ ਟੈਸਟਿੰਗ ਦੇ ਵਿੱਚ ਉਹ ਪਕੜਿਆ ਨਹੀਂ ਜਾਂਦਾ। ਪਕੜਨਾ ਬੜਾ ਮੁਸ਼ਕਲ ਆ। ਇਸ ਕਰਕੇ ਹੁਣ ਐਡਲਟ੍ਰੇਸ਼ਨ ਵਾਲੇ ਵੀ ਸਾਡੇ ਤੋਂ ਜ਼ਿਆਦਾ ਸਮਾਰਟ ਹੋ ਗਏ ਹੈ। ਸੋ ਉਹਦੇ ਵਿੱਚ ਤਰ੍ਹਾਂ ਦੇ ਸ਼ੂਗਰ ਸਿਰਪਸ, ਹਾਈ ਫਰਕਟੋਜ਼ ਕੌਰਨ ਸਿਰਪ ਹੈ, ਫਰਕਟੋਜ਼ ਗਲੂਕੋਜ਼ ਸਿਰਪ ਹੈ, ਰਾਈਸ ਸਿਰਪ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਵਿੱਚ ਸੀਰੇ ਮਿਲਾ ਦਿੰਦੇ ਹੈ, ਜਿਹਨੂੰ ਪਕੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਇਸ ਦੇ ਲਈ ਹੁਣ ਨਵੀਆਂ ਇੰਟਰਨੈਸ਼ਨਲ ਲੈਵਲ ਤੇ ਨਵੀਆਂ ਟੈਕਨੀਕਸ ਆਈਆਂ ਹੈ, ਜਿਨ੍ਹਾਂ ਵਿੱਚੋਂ ਜਿਵੇਂ EALC IRMS ICP-MS LC-MS NMR, ਇਸ ਤਰ੍ਹਾਂ ਦੀਆਂ ਕਈ ਟੈਕਨੀਕਸ ਇਹਨਾਂ ਨੂੰ ਯੂਜ਼ ਕਰਨੀਆਂ ਪੈ ਰਹੀਆਂ ਇਸ ਮਿਲਾਵਟ ਨੂੰ ਪਕੜਨ ਦੇ ਲਈ। ਡਾਕਟਰ ਸਾਹਿਬ ਗੱਲ ਨੂੰ ਅੱਗੇ ਤੋਰ ਰਹੇ ਆਪਾਂ, ਪ੍ਰੋਡਕਸ਼ਨ ਦੌਰਾਨ ਡਾਕਟਰ ਸਾਹਿਬ ਕੋਈ ਐਸੇ ਨੁਕਤੇ ਦੱਸੋ ਜਿਹਦੇ ਨਾਲ ਜਿਹੜੇ ਉਤਪਾਦਕ ਹੈਗੇ ਆ ਉਹ ਕੁਆਲਿਟੀ ਬਿਹਤਰ ਕਰ ਸਕਣ। ਪ੍ਰੋਡਕਸ਼ਨ ਦੌਰਾਨ ਸਾਨੂੰ ਰਸਾਇਣਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ, ਔਰ ਖਾਸ ਕਰਕੇ ਜਿਹੜੇ ਐਂਟੀਬਾਇਓਟਿਕ ਜਿਹੜੀ ਹੈਗੀ ਹੈ ਉਹ ਸ਼ਹਿਦ ਦੀ ਪੈਦਾਵਾਰ ਦੇ ਦੌਰਾਨ ਇਹ ਨਹੀਂ ਵਰਤੇ ਜਾਣੇ ਚਾਹੀਦੇ। ਜੇ ਕਿਸੇ ਬੀਕੀਪਰ ਨੂੰ ਕਿਸੇ ਵੀ ਜਿਹੜੇ ਬਿਮਾਰੀ ਦੀ ਸਮੱਸਿਆ ਆਉਂਦੀ ਹੈ ਤੇ ਉਹਨੂੰ ਜਿਹੜਾ ਹੈ ਮਾਹਰਾਂ ਤੋਂ ਜਿਹੜੀ ਹੈ ਉਹ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਸੋ ਉਹਦੇ ਦੱਸੇ ਹੋਏ ਸੁਝਾਅ ਹੀ ਜਿਹੜੇ ਹੈਗੇ ਆ ਉਹ ਅਪਣਾਉਣੇ ਚਾਹੀਦੇ ਹੈ। ਇਸ ਤੋਂ ਇਲਾਵਾ ਜਿਹੜਾ ਸ਼ਹਿਦ ਜਿਹੜਾ ਹੈਗਾ ਉਹ ਸਿਰਫ ਬਰੂਡ ਰਹਿਤ ਛੱਤਿਆਂ ਤੋਂ ਹੀ ਕੱਢਿਆ ਜਾਣਾ ਚਾਹੀਦਾ ਹੈ, ਔਰ ਸ਼ਹਿਦ ਜਿਹੜਾ ਹੈਗਾ ਸਿਰਫ ਜਿਹੜਾ ਪੱਕਿਆ ਹੋਇਆ ਸ਼ਹਿਦ ਹੈ, ਜਿਹੜਾ ਸੀਲ ਸ਼ਹਿਦ ਹੈ, ਸਿਰਫ ਉਹੀ ਕੱਢਿਆ ਜਾਣਾ ਚਾਹੀਦਾ ਹੈ। ਸੋ ਇਸ ਲਈ ਲਾਜ਼ਮੀ ਹੈ, ਜਿਵੇਂ ਮੈਂ ਸ਼ੁਰੂ ਤੋਂ ਵੀ ਦੱਸਿਆ ਕਿ ਜਿਹੜੀ ਹੈ ਆਪਣੇ ਕਟੁੰਬ ਨੇ ਉਹ ਸਾਡੇ ਸੁਪਰ ਦੇ ਉੱਤੇ ਹੋਣੇ ਚਾਹੀਦੇ ਹੈ, ਔਰ ਸੁਪਰ ਚੈਂਬਰ ਜਿਹੜੇ ਹੈ ਉਹ ਸਾਡੇ ਬਰੂਡ ਚੈਂਬਰ ਦੇ ਨਾਲੋਂ ਜਿਹੜਾ ਕੁਈਨ ਐਕਸਕਲੂਡਰ ਹੈਗਾ ਉਹਦੇ ਨਾਲ ਅੱਡ ਕੀਤੇ ਜਾਣੇ ਚਾਹੀਦੇ ਹੈ। ਰਾਸ਼ਟਰੀ ਮੰਡੀਕਰਨ ਵਾਸਤੇ ਮੈਡਮ ਜਿਹੜੀ ਕੁਆਲਿਟੀ ਆ ਉਹਦੇ ਮਾਪਦੰਡ ਕਿਹੜੇ ਆ? ਰਾਸ਼ਟਰੀ ਪੱਧਰ ਤੇ FSSAI ਇੱਕ ਐਸਾ ਰੈਗੂਲੇਟਰੀ ਅਦਾਰਾ ਹੈ ਜਿਹੜਾ ਕਿ ਸ਼ਹਿਦ ਦੀ ਕੁਆਲਿਟੀ ਤੇ ਗੁਣਵੱਤਾ ਨੂੰ ਕੰਟਰੋਲ ਕਰਦਾ ਹੈ। ਉਸ ਦੇ ਲਈ ਨਵੇਂ ਕੁਝ ਪੈਰਾਮੀਟਰ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਐਪਲੀਕੇਬਲ ਸੀਗੇ ਤੇ ਲੋਕ ਯੂਜ਼ ਕਰ ਰਹੇ ਸੀ ਇਹਨੂੰ ਸ਼ਹਿਦ ਦੀ ਗੁਣਵੱਤਾ ਚੈੱਕ ਕਰਨ ਲਈ, ਸ਼ਹਿਦ ਦੀ ਸ਼ੁੱਧਤਾ ਚੈੱਕ ਕਰਨ ਦੇ ਲਈ, ਉਹ ਪੈਰਾਮੀਟਰ ਇਹਦੇ ਵਿੱਚ ਇਨਕਲੂਡ ਕੀਤੇ ਗਏ ਜਿਹੜੇ ਕਿ 1 ਜਨਵਰੀ 2019 ਤੋਂ ਲਾਗੂ ਕੀਤੇ ਗਏ ਤੇ ਉਹਦੇ ਵਿੱਚ ਕੁਝ ਨਵੇਂ ਮੈਥਡ ਬਣਾ ਕੇ ਫਿਰ ਦੁਬਾਰਾ ਤੋਂ ਜੂਨ 2020 ਤੋਂ ਉਹ ਪੂਰੇ 17 ਪੈਰਾਮੀਟਰਸ ਜਿਹੜੇ ਕਿ ਇਹਦੀ ਗੁਣਵੱਤਾ ਤੇ ਇਹਦੀ ਆਥੈਂਟਿਸਿਟੀ ਤੋਂ ਭਾਵ ਹੈ ਇਹਦੀ ਸ਼ੁੱਧਤਾ ਕਿ ਹਨੀ ਉਹ ਸ਼ਹਿਦ ਹੈ ਜਾਂ ਉਹ ਸੀਰਾ ਹੈ। ਸੋ ਉਹਦੇ ਲਈ ਟੋਟਲ 17 ਪੈਰਾਮੀਟਰ ਦਾ ਇੱਕ ਪੂਰਾ ਮਾਪਦੰਡ ਬਣਾਇਆ ਗਿਆ ਹੈ। ਮੋਇਸਚਰ ਜਿਵੇਂ ਹਾਂ, ਜਾਂ ਉਹਦੇ ਵਿੱਚ ਫਰਕਟੋਜ਼ ਜਿਵੇਂ ਕੁਆਲਿਟੀ ਦੇ ਨਾਲ ਰਿਲੇਟਡ ਹੈਗੇ ਹੈ, ਫਰਕਟੋਜ਼, ਗਲੂਕੋਜ਼, ਸੁਕਰੋਜ਼, ਮੋਇਸਚਰ, ਸਪੈਸੀਫਿਕ ਗ੍ਰੈਵਿਟੀ। ਤੇ ਅਗਰ ਅਸੀਂ ਗੱਲ ਕਰੀਏ ਜਿਹੜੀ ਨਵਾਂ ਇੱਕ ਆ ਰਿਹਾ ਹੈ ਜਿਵੇਂ ਆਥੈਂਟਿਸਿਟੀ ਚੈੱਕ ਕਰਨਾ, ਉਹਦੀ ਸ਼ੁੱਧਤਾ ਚੈੱਕ ਕਰਨਾ, ਸ਼ੁੱਧਤਾ, ਹਾਂਜੀ, ਪ੍ਰਮਾਣਿਕਤਾ ਕਿ ਉਹ ਸ਼ਾਇਦ ਹੈ ਵੀ ਜਾਂ ਨਹੀਂ, ਉਹਦੇ ਵਾਸਤੇ C4 ਸ਼ੂਗਰ, ਆਈਸੋਟੋਪਿਕ ਰੇਸ਼ੀਓਜ਼, ਸਪੈਸੀਫਿਕ ਮਾਰਕਰ ਫॉर ਰਾਈਸ ਸਿਰਪ, ਜਿਹਦੇ ਵਾਸਤੇ ਪਹਿਲਾਂ ਜਰਮਨੀ ਸੈਂਪਲ ਜਾਂਦੇ ਸੀਗੇ, ਤੁਸੀਂ ਇੱਥੇ ਸ਼ੁਰੂ ਕਰ ਲਿਆ। ਮਾਰਕਫੈਟ ਵੀ ਜਿਵੇਂ ਪਹਿਲੇ ਜਰਮਨੀ ਸੈਂਪਲ ਭੇਜਦਾ ਸੀ। ਸੋ 2015 ਤੋਂ ਪੰਜਾਬ ਸਰਕਾਰ ਨੇ ਇਹ ਲੈਬੋਰਟਰੀ ਬੀ ਕੀਪਰਸ ਤੇ ਐਕਸਪੋਰਟਰਸ ਨੂੰ ਸਪੋਰਟ ਕਰਨ ਵਾਸਤੇ ਇਹ ਲੈਬੋਰਟਰੀ PBTI ਦੇ ਵਿੱਚ ਸਥਾਪਿਤ ਕੀਤੀ। ਸੋ ਉਦੋਂ ਤੋਂ ਇਹ ਟੈਸਟਿੰਗ PBTI ਦੇ ਵਿੱਚ ਹੋ ਰਹੀ ਹੈ। ਸੋ ਇਹ ਗੱਲਾਂ ਤਾਂ ਹੋਰ ਵੀ ਕਰਨ ਦਿਲ ਕਰਦਾ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, 5 ਰਿਵਰ ਵੱਲੋਂ ਧੰਨਵਾਦ ਕਰੂੰਗਾ। ਡਾਕਟਰ ਸੰਜੇ ਤੁਹਾਡਾ ਤੇ ਮੈਡਮ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਸੁਣੋ ਭਰਾਵੋ ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦਾ, ਵੇਰਕਾ ਦਾ ਦੁੱਧ। ਬੀਜ ਖਰੀਦਣ ਲਈ ਨੇੜੇ ਦੇ ਪੰਛੀ ਡੀਲਰ ਜਾਂ ਬਲਾਕ ਵਿਕਾਸ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਆਓ ਜੂਸ ਪੀਓ, ਕਿੰਨੂ ਐਗਰੋ ਪੰਜਾਬ ਦੇ ਤਾਂ ਇਹ ਸੀ ਵਿਟਾਮਿਨ ਵਧਾਓ, ਵਧੀਆ ਸਵਾਦ ਸਿਹਤਮੰਦ ਕਿੰਨੂ ਖਾਓ ਤੇ ਪੰਜਾਬ ਚੋਂ ਕੋਰੋਨਾ ਨੂੰ ਭਜਾਓ। ਗੱਲਾਂ ਸੱਚੀਆਂ ਜਨਾਬ, ਕਿੰਨੂ ਐਗਰੋ ਪੰਜਾਬ ਦਾ ਸਵਾਦ ਲਾਜਵਾਬ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਪੰਜਾਬ ਐਗਰੋ ਦੇ ਪ੍ਰੋਗਰਾਮ 5 ਰਿਵਰਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਡਾਕਟਰ ਸਿਮਰਨਪ੍ਰੀਤ ਕੌਰ ਵੱਲੋਂ ਸਤਿ ਸ਼੍ਰੀ ਅਕਾਲ।
ਅੱਜ ਅਸੀਂ ਆਏ ਹਾਂ ਪੰਜਾਬ ਬਾਇਓਟੈਕਨੋਲੋਜੀ ਇਨਕਿਊਬੇਟਰ, ਜਿਹੜਾ ਡਿਪਾਰਟਮੈਂਟ ਆਫ ਸਾਇੰਸ ਟੈਕਨੋਲੋਜੀ ਐਂਡ ਐਨਵਾਇਰਨਮੈਂਟ ਗਵਰਨਮੈਂਟ ਆਫ ਪੰਜਾਬ ਦਾ ਇੱਕ ਅਦਾਰਾ ਹੈ। ਇੱਥੇ ਅਸੀਂ ਤੁਹਾਨੂੰ PBTI ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਖੇਤਰਾਂ ਦੀ ਸੁਵਿਧਾਵਾਂ ਨਾਲ ਜਾਣੂ ਕਰਵਾਵਾਂਗੇ ਤੇ ਆਓ ਤੁਹਾਨੂੰ ਮਿਲਵਾਈਏ ਹਨੀ ਦੇ ਖੇਤਰ ਵਿੱਚ ਮਾਹਿਰ ਐਕਸਪੋਰਟਰਸ, ਟ੍ਰੇਡਰਸ ਤੇ ਫਾਰਮਰਸ ਨਾਲ। ਜਿਹੜੀ ਸਾਡੀ ਫੈਕਟਰੀ ਹੈ ਇੱਕ ਹਨੀ ਪ੍ਰੋਸੈਸਿੰਗ ਪਲਾਂਟ ਹੈ, ਕੁਕੀਜ਼ ਦੀ ਫੈਕਟਰੀ ਹੈ ਐਂਡ ਜਿਹੜਾ ਅਸੀਂ ਐਕਸਪੋਰਟ ਕਰਦੇ ਹਾਂ 40 ਕੰਟਰੀ ਨੂੰ ਅਸੀਂ ਐਕਸਪੋਰਟ ਕਰਦੇ ਹਾਂ ਹਨੀ ਐਂਡ ਕੁਕੀਜ਼। ਤੇ ਬੇਸਿਕਲੀ ਵੀ ਹੈਵ ਮਤਲਬ ਇਨਸਾਈਡ ਸਾਡੀ ਛੋਟੀ ਜਿਹੀ ਲੈਬ ਹੈ, ਜਿਹੜਾ ਮੇਜਰ ਪੋਰਸ਼ਨ ਅਸੀਂ ਲੈਬ ਦਾ ਕਵਰ ਕਰਦੇ ਹਾਂ ਉਹ PBTI ਤੋਂ ਕਵਰ ਕਰਦੇ ਹਾਂ। ਤੇ ਸਾਡੀ ਬਿਕੋਜ਼ ਸਾਰਾ 40 ਕੰਟਰੀਜ਼ ਦੇ ਅੰਦਰ ਮੇਜਰਲੀ USA ਕੰਟਰੀ ਤੇ ਅਸੀਂ ਭੇਜਦੇ ਹਾਂ ਹਨੀ ਐਂਡ ਕੁਕੀਜ਼। ਤੇ ਸਾਡੇ ਵਾਸਤੇ ਕੌਨਫੀਡੈਂਸ ਲੈਣਾ ਬਹੁਤ ਜ਼ਰੂਰੀ ਹੈ ਫॉर ਟੈਸਟਿੰਗ ਪੈਰਾਮੀਟਰ। ਇਹ ਨਾ ਹੋਏ ਕਿ ਉੱਥੇ ਜਾ ਕੇ ਆਫਟਰ 25 ਡੇਜ਼ ਔਰ 30 ਡੇਜ਼ ਉੱਥੇ ਜਾ ਕੇ USA ਦੇ ਅੰਦਰ ਕੋਈ ਇਸ਼ੂ ਕ੍ਰੀਏਟ ਹੋ ਜਾਏ। ਇਸ ਕਰਕੇ ਅਸੀਂ PBTI ਤੋਂ ਹੈਲਪ ਲੈਂਦੇ ਹਾਂ ਐਨਾਲਿਟੀਕਲ ਦੀ। ਕੁਕੀਜ਼ ਐਂਡ ਹਨੀ ਬੋਥ। ਹਨੀ ਦੇ ਅੰਦਰ ਅਸੀਂ ਪੂਰੇ ਪੈਰਾਮੀਟਰਸ ਐਡਲਟ੍ਰੇਸ਼ਨ ਤੋਂ ਲੈ ਕੇ ਕੈਮੀਕਲ ਪੈਰਾਮੀਟਰਸ ਐਂਡ ਪੂਰੇ ਟੈਸਟਿੰਗ ਕਰਵਾਉਂਦੇ ਹਾਂ PBTI ਤੋਂ। ਆਓ ਹੁਣ ਤੁਹਾਨੂੰ ਮਿਲਵਾਉਂਦੇ ਹਾਂ ਮਨਦੀਪ ਸਿੰਘ ਜੀ ਨਾਲ, ਜਿਹੜੇ ਮਾਰਕਫੈਟ ਦੇ ਅਦਾਰੇ ਤੋਂ ਸੰਬੰਧਿਤ ਨੇ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ PBTI ਦੀ ਸਰਵਿਸਿਜ਼ ਕਦੋਂ ਤੋਂ ਅਵੇਲ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਸਰ। ਮੈਡਮ ਮਾਰਕਫੈਟ 2007 ਤੋਂ PBTI ਨਾਲ ਜੁੜਿਆ ਹੋਇਆ ਜੀ। ਇਨਫੈਕਟ ਜਦੋਂ ਤੋਂ ਇਹ ਲੈਬ ਸਟਾਰਟ ਹੋਈ ਉਦੋਂ ਤੋਂ ਹੀ ਅਸੀਂ ਇਹਨਾਂ ਦੀਆਂ ਸਰਵਿਸਿਜ਼ ਯੂਜ਼ ਕਰ ਰਹੇ ਹਾਂ। ਮਾਰਕਫੈਟ ਦਾ ਜਿਹੜਾ ਕੈਨਿੰਗ ਯੂਨਿਟ ਹੈ, ਜਿਹੜਾ ਕਿ 90% ਐਕਸਪੋਰਟ ਕਰਦਾ ਹੈ ਆਪਣੀ ਕੈਨਿੰਗ ਯੂਨਿਟਸ, ਜਿਵੇਂ ਕਿ ਵੈਜੀਟੇਬਲਸ ਅਤੇ ਫਰੂਟਸ ਨੂੰ ਲੈ ਕੇ, ਉਸ ਦੀਆਂ ਰਿਪੋਰਟਸ ਨੂੰ ਲੈ ਕੇ ਅਸੀਂ PBTI ਨਾਲ ਜੁੜੇ ਹੋਏ ਹਾਂ। ਅਤੇ ਇਨਫੈਕਟ ਇਹਨਾਂ ਦਾ ਜਿਹੜਾ ਰਿਪੋਰਟਸ ਦਾ ਟਰਨ ਅਰਾਊਂਡ ਟਾਈਮ ਹੈ, ਜਿਹੜਾ ਕਿ ਐਕਸਪੋਰਟ ਲਈ ਇੱਕ ਬਹੁਤ ਹੀ ਜ਼ਰੂਰੀ ਫੈਕਟਰ ਹੁੰਦਾ ਹੈ, ਉਹਦਾ ਟਰਨ ਅਰਾਊਂਡ ਟਾਈਮ ਘੱਟ ਹੋਣ ਕਰਕੇ ਸਾਨੂੰ ਐਕਸਪੋਰਟ ਦੇ ਇਹਦੀ ਡਿਸਪੈਚਿਸ 'ਚ ਬਹੁਤ ਹੀ ਫਾਇਦਾ ਹੁੰਦਾ ਹੈ। ਇਸ ਕਰਕੇ ਅਸੀਂ PBTI ਨਾਲ ਇੰਨੇ ਸਾਲਾਂ ਤੋਂ ਜੁੜੇ ਹੋਏ ਹਾਂ। ਸਰ, ਅਤੇ ਤੁਸੀਂ ਸਾਨੂੰ ਦੱਸੋ ਕਿ PBTI ਦੀ ਸਰਵਿਸਿਜ਼ ਤੁਹਾਨੂੰ ਕਿਸ ਤਰ੍ਹਾਂ ਸਪੋਰਟ ਕਰ ਰਹੀਆਂ ਨੇ? ਮੈਡਮ, ਅਸੀਂ PBTI ਦੀ ਸਰਵਿਸ ਤੋਂ ਬਹੁਤ ਖੁਸ਼ ਹੈਗੇ ਹਾਂ। ਜਦੋਂ ਵੀ ਸਾਡਾ ਸੈਂਪਲ ਜਿਹੜਾ ਹੈਗਾ PBTI ਨੂੰ ਆਉਂਦਾ ਹੈਗਾ, ਉਹ ਸਾਨੂੰ ਟਾਈਮ ਸਿਰ ਦੀ ਰਿਪੋਰਟ ਮਿਲਦੀ ਹੈਗੀ ਹੈ। ਕਿਉਂਕਿ ਜੇ ਬੀਕੀਪਰ ਨੂੰ ਇੱਕ ਟਾਈਮ ਸਿਰ ਰਿਪੋਰਟ ਮਿਲੂਗੀ ਤਾਂ ਉਹਨੂੰ ਜਿਹੜਾ ਹੈਗਾ ਉਹ ਆਪਣਾ ਹਨੀ ਕਿਸੇ ਐਕਸਪੋਰਟਰ ਕੋਲ ਲੈ ਕੇ, ਕਿਸੇ ਟਰੇਡਰ ਕੋਲ ਲੈ ਕੇ ਜਾਂਦਾ ਹੈਗਾ ਰਿਪੋਰਟ ਲੈ ਕੇ ਕਿ ਇਹ ਮੇਰੀ ਰਿਪੋਰਟ ਹੈ, ਅਤੇ ਉਹਨੂੰ ਉਸ ਹਨੀ ਦੇ ਜਿਹੜੇ ਹੈਗੇ ਆ 5, 7, 10 ਰੁਪਏ ਫਾਲਤੂ ਮਿਲਦੇ ਹੈਗੇ ਆ, ਜਿੱਦਾਂ ਉਹਨੂੰ ਬਹੁਤ ਵੱਡਾ ਬੈਨੀਫਿਟ ਹੈਗਾ। ਅਤੇ ਇਸ ਕਰਕੇ ਜਿਹੜੀ ਸਾਨੂੰ ਟਾਈਮ ਸਿਰ ਰਿਪੋਰਟ ਮਿਲਣੀ PBTI ਤੋਂ, ਉਹ ਵੀ ਇੱਕ ਰੀਜ਼ਨੇਬਲ ਰੇਟ 'ਤੇ, ਉਹਦੇ ਵਾਸਤੇ ਜਿਹੜਾ ਹੈਗਾ ਅਸੀਂ PBTI ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈਗੇ ਹਾਂ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਅਦਰ ਪ੍ਰੋਡਕਟ ਹੈਗੇ ਆ, ਜਿਵੇਂ ਪੋਲਨ ਹੋਇਆ, ਰਾਇਲ ਜੈਲੀ ਹੋਈ, ਇਹ ਵੀ PBTI ਕਰ ਰਹੀ ਹੈਗੀ ਹੈ, ਪਰ ਇਹ ਵੀ ਹਰ ਇੱਕ ਬੀਕੀਪਰ ਦੇ ਜਿਹੜੀ ਹੈਗੀ ਕਿ ਰੀਜਨੇਬਲ ਰੇਟ 'ਤੇ ਜਿਹੜੀ ਹੈਗੀ ਹੈ PBT, ਇਹ ਵੀ ਆਪਣੇ ਬੀਕੀਪਰ ਦੀ ਜਿਹੜੀ ਹੈਗੀ ਟੈਸਟਿੰਗ ਕਰਨ। ਇਹ ਸਾਡੀ ਸ਼ਹਿਦ ਦੀ ਸ਼ੁੱਧਤਾ ਦੀ ਟੈਸਟਿੰਗ ਦੀ ਲੈਬ ਹੈਗੀ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈਗਾ, ਅੱਜ ਕੱਲ੍ਹ ਸ਼ਹਿਦ ਵਿੱਚ ਤਰ੍ਹਾਂ ਦੇ ਸ਼ੂਗਰ ਸਿਰਪ ਐਡ ਕੀਤੇ ਜਾ ਰਹੇ ਹਨ, ਜਿਹਦੇ ਕਾਰਨ ਸ਼ਹਿਦ ਦੀ ਸ਼ੁੱਧਤਾ ਜਿਹੜੀ ਹੈਗੀ ਉਹ ਦਾਅ 'ਚ ਲੱਗੀ ਹੋਈ ਹੈ। ਇਸ ਸ਼ੁੱਧਤਾ ਨੂੰ ਟੈਸਟ ਕਰਨ ਵਾਸਤੇ ਸਾਡੀ ਲੈਬ 'ਚ ਇਹ ਵਰਲਡ ਕਲਾਸ ਫੈਸਿਲਿਟੀ EALC IRMS ਹੈਗਾ। ਇਹ ਭਾਰਤ ਦੀ ਪਹਿਲੀ ਲੈਬ ਹੈਗੀ ਜਿਹੜੀ 2015 ਤੋਂ ਹਨੀ ਦੀ ਸ਼ੁੱਧਤਾ ਦੀ ਟੈਸਟਿੰਗ ਕਰ ਰਹੀ ਹੈ। ਇਸ ਮਸ਼ੀਨ ਉੱਤੇ ਟ੍ਰੇਨਿੰਗ ਵਾਸਤੇ ਸਾਡੇ PBTI ਦੇ ਵਿਗਿਆਨਕ ਬਾਹਰਲੇ ਮੁਲਕ ਆਸਟ੍ਰੇਲੀਆ ਗਏ, ਜਿੱਥੋਂ ਉਹਨਾਂ ਨੇ 15 ਦਿਨ ਦੀ ਟ੍ਰੇਨਿੰਗ ਲਈ। ਉਸ ਟ੍ਰੇਨਿੰਗ ਦੌਰਾਨ ਜਿਹੜੀ ਵੀ ਟੈਕਨੀਕਲ ਐਕਸਪਰਟੀਜ਼ ਉਹਨਾਂ ਨੇ ਲਿੱਤੀ ਹੈ, ਉਹ ਸਾਡੇ ਇਸ ਕੰਮ ਵਿੱਚ ਬਹੁਤ ਹੀ ਜ਼ਿਆਦਾ ਉਪਯੋਗੀ ਸਿੱਧ ਹੋ ਰਹੀ ਹੈ। ਸੁਣੋ ਭਰਾਵੋ, ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦੇ, ਵੇਰਕਾ ਦਾ ਦੁੱਧ। ਬੀਜ ਖਰੀਦਣ ਲਈ ਨੇੜੇ ਦੇ ਪੰਛੀ ਡੀਲਰ
ਜਾਂ ਬਲਾਕ ਵਿਕਾਸ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਆਓ ਜੂਸ ਪੀਓ ਕਿੰਨੂ ਐਗਰੋ ਪੰਜਾਬ ਦੇ ਤਾਂ ਇੱਕ ਸੀ ਵਿਟਾਮਿਨ ਵਧਾਓ ਵਧੀਆ ਸਵਾਦ ਸਿਹਤਮੰਦ ਕਿੰਨੂ ਖਾਓ ਤੇ ਪੰਜਾਬ ਚੋਂ ਕਰੋਨਾ ਨੂੰ ਭਜਾਓ ਗੱਲਾਂ ਸੱਚੀਆਂ ਜਨਾਬ ਕਿੰਨੂ ਐਗਰੋ ਪੰਜਾਬ ਦਾ ਸਵਾਦ ਲਾਜਵਾਬ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫਤਾਵਾਰੀ ਪ੍ਰੋਗਰਾਮ 5 ਰਿਵਰ ਤੇ ਹੁਣ ਪੇਸ਼ ਨੇ ਇਸ ਹਫਤੇ ਦੀਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਪੰਜਾਬ ਵਿੱਚ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ। ਖੇਤੀ ਦੇ ਨਾਲ ਪਸ਼ੂ ਰੱਖਣਾ ਆਮਦਨ ਵਿੱਚ ਵਾਧਾ ਹੁੰਦਾ ਹੈ, ਕੰਮ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਖੇਤੀ ਲਈ ਰੂੜੀ ਵੀ ਪ੍ਰਾਪਤ ਹੁੰਦੀ ਹੈ। ਕਿਸਾਨ ਵੀਰੋ, ਸਾਡੇ ਸੂਬੇ ਵਿੱਚ ਪਸ਼ੂ ਬਾਕੀ ਸੂਬਿਆਂ ਨਾਲੋਂ ਵੱਧ ਦੁੱਧ ਦਿੰਦੇ ਹਨ ਕਿਉਂਕਿ ਇੱਥੇ ਸਾਰਾ ਸਾਲ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਦੇਸ਼ ਦੇ ਦੁਧਾਰੂ ਪਸ਼ੂਆਂ ਦਾ ਕੋਈ 2% ਹੈ, ਜਦੋਂ ਕਿ ਇੱਥੇ ਦੁੱਧ ਦੇਸ਼ ਦੇ ਕੁੱਲ ਦੁੱਧ ਉਤਪਾਦਨ ਦਾ 8% ਹੈ। ਗਰਮੀਆਂ ਦੇ ਚਾਰਿਆਂ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਜੇਕਰ ਲੋੜ ਅਨੁਸਾਰ ਪਸ਼ੂਆਂ ਨੂੰ ਪੂਰਾ ਚਾਰਾ ਪਾਇਆ ਜਾਵੇ ਤਾਂ ਦੁੱਧ ਦੀ ਪੈਦਾਵਾਰ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਹੁਣ ਮੱਕੀ, ਚਰੀ, ਵਧੇਰੇ ਲੋ ਦੇਣ ਵਾਲੀ ਚਰੀ, ਬਾਜਰਾ, ਦੋਗਲਾ ਨੇਪੀਰ ਬਾਜਰਾ, ਗਿੰਨੀਕਾ ਅਤੇ ਰਵਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇਕਰ ਮੱਕੀ, ਚਰੀ ਜਾਂ ਬਾਜਰੇ ਵਿੱਚ ਰਵਾਂ ਰਲਾ ਕੇ ਬੀਜੇ ਜਾਣ ਤਾਂ ਚਾਰਾ ਵਧੇਰੇ ਪੌਸ਼ਟਿਕ ਹੋ ਜਾਂਦਾ ਹੈ। ਕਿਸਾਨ ਵੀਰੋ, ਮੱਕੀ ਦੀਆਂ J1007 ਅਤੇ J1006 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਦਾ 1 ਏਕੜ ਵਿੱਚ 30 ਕਿਲੋ ਬੀਜ ਪਾਉਣਾ ਚਾਹੀਦਾ ਹੈ। ਚਰੀ ਲਈ SL44 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ ਪ੍ਰਤੀ ਏਕੜ 25 ਕਿਲੋ ਬੀਜ ਚਾਹੀਦਾ ਹੈ। ਪੰਜਾਬ ਸੂਡੈਕਸ ਚਰੀ 4, ਪੰਜਾਬ ਸੂਡੈਕਸ ਚਰੀ 1 ਵਧੇਰੇ ਲੌ ਦੇਣ ਵਾਲੀ ਚਰੀ ਦੀਆਂ ਕਿਸਮਾਂ ਹਨ। 1 ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਇਹਨਾਂ ਤੋਂ ਘੱਟੋ ਘੱਟ 3 ਲੌ ਪ੍ਰਾਪਤ ਹੋ ਜਾਂਦੇ ਹਨ ਅਤੇ 480 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਪ੍ਰਾਪਤ ਹੋ ਜਾਂਦਾ ਹੈ। ਬਾਜਰੇ ਦੀਆਂ PCB 165, PHBF 1, PCB 164 ਅਤੇ FBC 16 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। 1 ਏਕੜ ਲਈ 8 ਕਿਲੋ ਬੀਜ ਚਾਹੀਦਾ ਹੈ। ਕਿਸਾਨ ਵੀਰੋ, ਪੰਜਾਬ ਵਿੱਚ ਮੂੰਗਫਲੀ ਹੇਠ ਰਕਬਾ ਬਹੁਤ ਘਟ ਗਿਆ ਹੈ। ਹੁਣ ਮਸਾਂ 1000 ਹੈਕਟੇਅਰ ਵਿੱਚ ਇਸ ਦੀ ਕਾਸ਼ਤ ਹੁੰਦੀ ਹੈ। ਉੱਚੀਆਂ ਤੇ ਰੇਤਲੀਆਂ ਜ਼ਮੀਨਾਂ ਵਿੱਚ ਝੋਨੇ ਦੀ ਥਾਂ ਮੂੰਗਫਲੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਮੂੰਗਫਲੀ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। J87, TG37, SG99, M522 ਅਤੇ SG84 ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਹਨ। TG37 101 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ 12 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਬਿਜਾਈ ਗਿਰੀਆਂ ਨਾਲ ਕੀਤੀ ਜਾਂਦੀ ਹੈ। 1 ਏਕੜ ਲਈ ਕੋਈ 40 ਕਿਲੋ ਗਿਰੀਆਂ ਦੀ ਲੋੜ ਪੈਂਦੀ ਹੈ। ਬੀਜਣ ਤੋਂ ਪਹਿਲਾਂ ਗਿਰੀਆਂ ਨੂੰ 5 ਗ੍ਰਾਮ ਥੀਰਮ ਪ੍ਰਤੀ ਕਿਲੋ ਜਾਂ 3 ਗ੍ਰਾਮ ਇੰਡੋਫਿਲ M45 ਪ੍ਰਤੀ ਕਿਲੋ ਨਾਲ ਸੋਧ ਲਵੋ। ਸੋ ਕਿਸਾਨ ਵੀਰੋ, ਇਹ ਸੀ ਇਸ ਹਫਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ 5 ਰਿਵਰ ਦੇ ਵਿੱਚ ਅਗਲੇ ਹਫਤੇ ਕੁਝ ਹੋਰ ਵਧੇਰੇ ਜਾਣਕਾਰੀਆਂ ਦੇ ਨਾਲ। ਤੇ ਇੱਕ ਵਿਸ਼ੇਸ਼ ਸੂਚਨਾ ਹੋਰ, ਜਿਨ੍ਹਾਂ ਕਿਸਾਨ ਵੀਰਾਂ ਨੇ ਅਜੇ ਤੱਕ ਵੀ ਪੰਜਾਬ ਐਗਰੋਜ਼ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫਤਾਵਾਰੀ ਪ੍ਰੋਗਰਾਮ 5 ਰਿਵਰਸ। ਸਾਡਾ ਉਦੇਸ਼ ਹੈ ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸਬਸਕ੍ਰਾਈਬ ਕਰੋ ਸਾਡਾ ਅਫੀਸ਼ੀਅਲ ਚੈਨਲ 5 ਰਿਵਰਸ। ਉਹ ਜ਼ਹਿਰਾਂ ਮੁਕਤ ਤਾਂ ਖੇਤੀ ਵੀਰੋ ਆ ਜੋ ਰਲੇ ਬਣਾਈਏ, ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ, ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ।